ਧੰਨ ਲੋਕਨਾਥ ਜੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ, ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਆਸੀ ਅਕਸ ਨੂੰ ਬਚਾਉਣ ਦੇ ਲਈ, ਸਿਆਸੀ ਜ਼ਮੀਨ ਨੂੰ ਬਚਾਉਣ ਦੇ ਲਈ ਹੱਥ ਪੈਰ ਮਾਰ ਰਹੇ ਨੇ, ਵੱਖ-ਵੱਖ ਐਕਸ਼ਨ ਪਲਾਨ ਬਣਾ ਰਹੇ ਨੇ। ਤਾਂ ਉਹਨਾਂ ਦੇ ਵੱਲੋਂ ਸਾਫ਼ ਐਲਾਨ ਕਰ ਦਿੱਤਾ ਗਿਆ ਕਿ ਕੁਝ ਦਿਨਾਂ ਤੱਕ ਪਾਰਟੀ ਐਲਾਨ ਕਰ ਦੇਣਗੇ ਤੇ ਜੇਕਰ ਕਿਸਾਨੀ ਮਸਲਾ ਹੱਲ ਹੁੰਦਾ ਹੈ ਤਾਂ ਮੈਂ ਬੀਜੇਪੀ ਦੇ ਨਾਲ ਗਠਜੋੜ ਕਰਾਂਗਾ। ਇਹ ਸਾਰੀਆਂ ਸਕੀਮਾਂ ਬਣਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਭ ਤੋਂ ਵੱਡਾ ਤੇ ਕਰਾਰਾ ਝਟਕਾ ਲੱਗ ਗਿਆ। ਹੁਣ ਗੱਲ ਇਹ ਹੈ ਕਿ ਇਸ ਝਟਕੇ ਦੇ ਨਾਲ ਕੀ ਕੈਪਟਨ ਅਮਰਿੰਦਰ ਸਿੰਘ ਇਸ ਝਟਕੇ ਚੋਂ ਉੱਪਰ ਪਾਉਣਗੇ, ਜਾਂ ਫਿਰ ਇਹ ਝਟਕਾ ਸੰਕੇਤ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਨਹੀਂ ਹੋਣਗੇ, ਜਾਂ ਫਿਰ ਕੁਝ ਗੱਲਾਂ ਹੋਰ ਨੇ। ਆਖਰ ਅਮਰਿੰਦਰ ਸਿੰਘ ਨੂੰ ਝਟਕਾ ਲੱਗਿਆ ਕਿਉਂ ਹੈ? ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਇਸ਼ਾਰਿਆਂ ਦੇ ਵਿੱਚ ਇਸ ਝਟਕੇ ਦੇ ਬਾਰੇ ਪਹਿਲਾਂ ਵੀ ਦੱਸਦੇ ਰਹੇ ਹਾਂ, ਪਰ ਅੱਜ ਸਾਫ਼ ਤੌਰ ਤੇ ਦੱਸਣ ਜਾ ਰਹੇ ਹਾਂ ਤੇ ਬਹੁਤ ਸਾਰੇ ਲੋਕ ਇਸ ਝਟਕੇ ਨੂੰ ਦੇਖ ਕੇ ਸੁਣ ਕੇ ਹੈਰਾਨ ਵੀ ਹੋਣਗੇ ਤੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਹਿਲਾਂ ਹੀ ਇਸ ਝਟਕੇ ਦਾ ਅੰਦਾਜ਼ਾ ਸੀ। ਇਸ ਝਟਕੇ ਦੇ ਬਾਰੇ ਦੱਸਾਂਗੇ, ਵਿਸਤਾਰਪੂਰਵਕ ਚਰਚਾ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ, ਜੇਕਰ ਹੋਣਗੇ ਤਾਂ ਕਿਵੇਂ ਹੋਣਗੇ, ਕਿ ਇਹਨਾਂ ਝਟਕਿਆਂ ਚੋਂ ਉੱਪਰ ਪਾਉਣਗੇ, ਕਿ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾ ਤੇ ਆਖਰੀ ਝਟਕਾ ਹੈ ਜਾਂ ਫਿਰ ਝਟਕਿਆਂ ਦੀ ਸ਼ੁਰੂਆਤ ਹੈ। ਇਹਨਾਂ ਮਾਮਲਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਹੋਰ ਸਿਹਤ ਠੀਕ ਠਾਕ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਚਲੋ ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈਏ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਲਗਾਤਾਰ ਪਾਰਟੀ ਬਣਾਉਣ ਦੀ ਇੱਛਾ ਜਤਾ ਚੁੱਕੇ ਨੇ, ਲਗਾਤਾਰ ਕਹਿ ਰਹੇ ਨੇ ਕਿ ਮੈਂ ਕਾਂਗਰਸ ਦੇ ਵਿੱਚ ਰਹਿਣਾ ਨਹੀਂ, ਮੈਂ ਨਵੀਂ ਪਾਰਟੀ ਬਣਾਉਣੀ ਹੈ, ਬੀਜੇਪੀ ਦਾ ਕਹਿੰਦੇ ਸਹਾਰਾ ਵੀ ਲੈਣਾ ਹੈ। ਤਾਂ ਅਜਿਹੀਆਂ ਚੀਜ਼ਾਂ ਕਰਦਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਝਟਕਾ ਲੱਗ ਚੁੱਕਿਆ। ਆਪਾਂ ਅੱਜ ਇੱਕ ਪ੍ਰੈਸ ਕਾਨਫਰੰਸ ਦੇਖੀ, ਪ੍ਰੈਸ ਕਾਨਫਰੰਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲੈ ਚੁੱਕੇ ਆ। ਕੈਪਟਨ ਅਮਰਿੰਦਰ ਸਿੰਘ ਦੀ ਇੱਕ ਮਹਿਲਾ ਮਿੱਤਰ ਦੇ ਬਾਰੇ ਵੀ ਉਹਨਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ। ਗੱਦਾਰ ਸ਼ਬਦ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਹਿ ਦਿੱਤਾ। ਤੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਵਿਅਕਤੀ ਨਜ਼ਦੀਕ ਬੈਠਾ ਸੀ, ਕੈਪਟਨ ਸੰਦੀਪ ਸੰਧੂ। ਤਾਂ ਕੈਪਟਨ ਸੰਦੀਪ ਸੰਧੂ ਉਹ ਸ਼ਖਸ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਖਾਸ ਤੇ ਪੰਜਾਬ ਦੇ ਅੰਦਰ ਇਹ ਚਰਚਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸਰਕਾਰ ਦੇ ਵਿੱਚ ਜੇ ਕੋਈ ਪਾਵਰਫੁਲ ਵਿਅਕਤੀ ਹੈ ਜਾਂ ਸੈਕੰਡ ਸੀਐਮ ਹੈ ਤਾਂ ਉਹ ਕੈਪਟਨ ਸੰਦੀਪ ਸਿੰਘ ਸੰਧੂ ਹੈ। ਤੇ ਜਦੋਂ ਅੱਜ ਕੈਪਟਨ ਅਮਰਿੰਦਰ ਸਿੰਘ ਇਹ ਗੱਲਾਂ ਕਰ ਚੁੱਕੇ ਨੇ ਕਿ ਆਪਣਾ ਵੱਖਰਾ ਰਾਹ ਤਿਆਰ ਕਰ ਚੁੱਕੇ ਨੇ, ਤਾਂ ਕੈਪਟਨ ਸੰਦੀਪ ਸੰਧੂ ਜਿਹੜੇ ਕਦੇ ਕਾਂਗਰਸੀ ਨਹੀਂ ਗਿਣੇ ਗਏ, ਕੈਪਟਨ ਸੰਦੀਪ ਸੰਧੂ ਅਣਖੀ ਸਾਹਿਬ ਕਾਂਗਰਸੀ ਨਹੀਂ ਸੀ ਗਿਣੇ ਜਾਂਦੇ। ਕੈਪਟਨ ਸੰਦੀਪ ਸੰਧੂ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਇੱਕ ਅਹਿਮ ਮੈਂਬਰ ਮੰਨੇ ਜਾਂਦੇ ਸੀ। ਤਾਂ ਕਿਵੇਂ ਦੇਖਦੇ ਹੋ ਕਿ ਅੱਜ ਜਦੋਂ ਸੁਖਜਿੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਸੀ, ਲੰਬੀਆਂ ਗੱਲਾਂ ਤੇ ਲੰਬੇ ਵੱਡੇ ਇਲਜ਼ਾਮ ਲਗਾ ਰਹੇ ਸੀ, ਤਾਂ ਨਾਲ ਜਿਹੜਾ ਕੈਪਟਨ ਸੰਦੀਪ ਸੰਧੂ ਬੈਠੇ ਸੀ, ਕੀ ਮੈਸੇਜ ਹੈ ਕਿ ਕੈਪਟਨ ਸੰਦੀਪ ਸਿੰਘ ਸੰਧੂ ਜਿਹੜੇ ਆ ਕੁਸ਼ਤੀ ਪਿੱਛੇ ਜਿਹੜਾ ਸਾਥ ਛੱਡ ਆਏ ਕੈਪਟਨ ਅਮਰਿੰਦਰ ਸਿੰਘ ਦਾ, ਜਾਂ ਕੋਈ ਹੋਰ ਗੱਲ ਹੈ? ਸਿੱਧੂ ਸਾਹਿਬ, ਕਹਾਣੀ ਇਸ ਤਰ੍ਹਾਂ, ਜਿਸ ਪ੍ਰੈਸ ਕਾਨਫਰੰਸ ਦੀ ਤੁਸੀਂ ਗੱਲ ਕਰ ਰਹੇ ਜੀ, ਉਸ ਪ੍ਰੈਸ ਕਾਨਫਰੰਸ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ, ਇਹ ਕੋਈ ਖਾਸ ਮਹੱਤਤਾ ਨਹੀਂ ਰੱਖਦਾ। ਮਹੱਤਤਾ ਇਹ ਰੱਖਦਾ ਕਿ ਉਸ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਬੈਠਾ ਕੌਣ ਸੀ, ਤੇ ਉਹ ਬੈਠਾ ਸੀ ਕੈਪਟਨ ਸੰਦੀਪ ਸੰਧੂ। ਉਹ ਕੈਪਟਨ ਸੰਦੀਪ ਸੰਧੂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਸਿਪਾਹ ਸਲਾਰ, ਹਰ ਉਹਨਾਂ ਦੀ ਮੁਹਿੰਮ ਦੇ ਵਿੱਚ ਅੱਗੇ ਹੋਣ ਵਾਲਾ, ਹਰ ਵਿਧਾਇਕ ਨੂੰ ਦਬਕੇ ਮਾਰਨ ਵਾਲਾ, ਹਰ ਅਫਸਰ ਨੂੰ ਡਰਾਉਣ ਵਾਲਾ, ਤੇ ਭਾਵ ਆਦਿ ਨਾਲ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਦਾ 2 ਨੰਬਰ ਦਾ ਮੁੱਖ ਮੰਤਰੀ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਹੋ ਚੁੱਕੇ ਨੇ, ਤੇ ਉਹਨਾਂ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਆ ਚੁੱਕੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਬਣ ਕੇ। ਤਾਂ ਉਹਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੱਲ੍ਹ ਐਲਾਨ ਕੀਤਾ ਕਿ ਮੈਂ ਆਪਣੀ ਇੱਕ ਨਵੀਂ ਪਾਰਟੀ ਬਣਾਉਣੀ ਹੈ, ਭਾਜਪਾ ਨਾਲ ਗੱਠਜੋੜ ਕਰਾਂਗਾ, ਭਾਜਪਾ ਸੰਪਰਦਾਇਕ ਪਾਰਟੀ ਨਹੀਂ ਆ, ਮੁਸਲਮਾਨਾਂ ਦੇ ਖਿਲਾਫ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਬੜੇ ਸੋਹਲੇ ਜਿਹੜੇ ਉਹ ਗਾਏ ਭਾਰਤੀ ਜਨਤਾ ਪਾਰਟੀ ਦੇ। ਉਸ ਤੋਂ ਮਗਰੋਂ ਅੱਜ ਜਿਸ ਤਰੀਕੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਆਪਣੇ ਨਿਸ਼ਾਨੇ ਤੇ ਲਿਆ, ਉਹ ਤਾਂ ਕੁਦਰਤੀ ਤੌਰ ਤੇ ਸੁਭਾਵਿਕ ਸੀ, ਕਿਉਂਕਿ ਉਹਨਾਂ ਦਾ ਕਹਿਣਾ ਬਣਦਾ ਬਹੁਤ ਕੁਝ ਉਹਨਾਂ ਨੇ ਕਿਹਾ।
ਪਰ ਉਹਨਾਂ ਦੇ ਕਹਿਣ ਦੇ ਨਾਲੋਂ, ਉਹਨਾਂ ਦੇ ਬੋਲਾਂ ਦੇ ਨਾਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਰਾਂ ਜਿਹੜੀਆਂ ਸਨ ਮੀਡੀਆ ਦੀਆਂ ਕੈਪਟਨ ਸੰਦੀਪ ਸੰਧੂ ਦੇ ਸਨ। ਕਿਉਂ? ਕਿਉਂਕਿ ਕੈਪਟਨ ਸੰਦੀਪ ਸੰਧੂ ਅਮਰਿੰਦਰ ਸਿੰਘ ਹੋਣਾ ਦੇ ਖਾਸਮ ਖਾਸ ਸਿਪਾਹ ਸਲਾਰ ਰਹਿ ਚੁੱਕੇ, ਤਾਂ ਫਿਰ ਅਜਿਹੇ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵੇ ਨਾਲ ਸੱਜੀ ਬਾਂਹ ਬਣ ਕੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਹੋਣਾ, ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਸਨ, ਤਾਂ ਬਹੁਤ ਕੁਝ ਸਾਹਮਣੇ ਆਇਆ ਕਿ ਵਫਾਦਾਰੀਆਂ ਬਦਲਣ ਲੱਗੀਆਂ। ਕੋਈ ਮਿੰਟ ਸਕਿੰਟ ਜਾਂ ਟਾਈਮ ਨਹੀਂ ਲੱਗਦਾ, ਬਹੁਤ ਕੁਝ ਇਹੋ ਜਿਹਾ ਹੋ ਜਾਂਦਾ ਕਿ ਵਿਅਕਤੀ ਆਪਣੀ ਕੁਰਸੀ ਦੇ ਪਿੱਛੇ ਬਹੁਤ ਕੁਝ ਵਫਾਦਾਰੀਆਂ ਲੰਮੇ ਸਮੇਂ ਗੱਲ ਇਹ ਆ ਵੀ ਸਰਕਾਰ ਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਜਿਹੜੇ ਪਹਿਲਾਂ ਮੰਤਰੀ ਵਿਧਾਇਕ ਜਿਹੜੇ ਸੀਗੇ, ਉਹ ਬਹੁਤ ਸਾਰੇ ਇਹੋ ਜਿਹੇ ਹੈਗੇ ਆ, ਚਾਹੇ ਰਾਣਾ ਸੋਢੀ ਹੋਰੀ ਹੋਣ, ਚਾਹੇ ਉਹ ਰਾਣਾ ਗੁਰਜੀਤ ਹੋਰੀ ਹੋਣ, ਚਾਹੇ ਉਹ ਕੇਵਲ ਸਿੰਘ ਢਿੱਲੋਂ ਹੋਰੀ ਹੋਣ, ਚਾਹੇ ਉਹ ਕਈ ਹੋਰ ਨਾਮ ਵੀ ਹੋਣਗੇ। ਜੇਕਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਆ ਉਹ ਛੱਡ ਕੇ ਪਾਰਟੀ ਨਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਜੁਆਇਨ ਕਰਦੀ, ਤਾਂ ਉਦੋਂ ਸਵਾਲ ਨਹੀਂ ਸੀ ਉੱਠਣੀ, ਕਿਉਂਕਿ ਰਾਣਾ ਗੁਰਜੀਤ ਹੋਰੀ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹੈ, ਤੇ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਉਹ ਤੇ ਕਾਂਗਰਸੀ ਵੀ ਹੈ। ਰਾਣਾ ਗੁਰਜੀਤ ਵੀ ਕਾਂਗਰਸੀ ਨੇ, ਕੇਵਲ ਸਿੰਘ ਢਿੱਲੋਂ ਵੀ ਕਾਂਗਰਸੀ ਨੇ, ਤੇ ਉਹਦੇ ਨਾਲ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਨੇ, ਤਾਂ ਇਸ ਕਰਕੇ ਉਹ ਪਾਰਟੀ ਛੱਡ ਕੇ ਨਾ ਵੀ ਜਾਣ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹਨਾਂ ਤੇ ਉਹਨੇ ਸਵਾਲ ਨਹੀਂ ਉੱਠਣਗੇ। ਤੇ ਜੇਕਰ ਚਲੇ ਜਾਣਗੇ ਤਾਂ ਫਿਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਕਰਕੇ ਚਲੇ ਜਾਣਗੇ, ਇਹ ਵੀ ਗੱਲ ਕਹੀ ਜਾ ਸਕਦੀ ਹੈ। ਪਰ ਸੰਦੀਪ ਸਿੰਘ ਸੰਧੂ ਉਹ ਵਿਅਕਤੀ ਹੈ ਜਿਹਨੂੰ ਜਿਹੜਾ ਹੈਗਾ ਉਹ ਵਿਅਕਤੀ ਹੈ ਕਿ ਜਿਹਦਾ ਕਦੇ ਗਿਣਿਆ ਨਹੀਂ ਗਿਆ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਜਿਹੜੇ ਕਦੇ ਕਾਂਗਰਸੀ ਨਹੀਂ ਗਿਣੇ ਗਏ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਇੱਕ ਨਿੱਜੀ ਹਿੱਸਾ ਮੰਨੇ ਜਾਂਦੇ ਰਹੇ, ਤਾਂ ਫਿਰ ਅਜਿਹੇ ਵਿਅਕਤੀ ਮਾੜੇ ਸਮੇਂ ਦੇ ਵਿੱਚ ਸਾਥ ਛੱਡ ਕੇ ਜਾਂਦੇ ਹੋਣ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਲਈ ਮਾੜਾ ਸਮਾਂ, ਤੇ ਫਿਰ ਕੈਪਟਨ ਸੰਦੀਪ ਸੰਧੂ ਹੋਣਾ ਵਾਸਤੇ ਕਿਹੋ ਜਿਹੀ ਗੱਲ? ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਬੜਾ ਤਗੜਾ ਝਟਕਾ ਜਿਹੜਾ ਉਹਨਾਂ ਨੂੰ ਲੱਗਾ, ਇਹ ਜੇਕਰ ਕੈਪਟਨ ਸੰਦੀਪ ਸੰਧੂ ਹੋਈ ਜਿਸ ਤਰੀਕੇ ਨਾਲ ਅੱਜ ਦਿਖਾਈ ਦਿੱਤੇ ਹੈ। ਹੁਣ ਜੇਕਰ ਕੈਪਟਨ ਸੰਦੀਪ ਸੰਧੂ ਦੀ ਭੂਮਿਕਾ ਦੀ ਗੱਲ ਕਰੀਏ, ਤਾਂ ਉਸ ਭੂਮਿਕਾ ਦੇ ਜਿਹੜੇ ਪ੍ਰਸ਼ਨ ਉੱਠਦੇ ਆ ਸਿੱਧੂ ਸਾਹਿਬ, ਉਹ ਬੜਾ ਕੁਝ ਇਹ ਵੀ ਇੱਕ ਚੀਜ਼ ਨੂੰ ਪੇਸ਼ ਕਰਦੇ ਆ ਕਿ ਕਿਤੇ ਕੈਪਟਨ ਸੰਦੀਪ ਸੰਧੂ ਨੂੰ ਸੁਖਜਿੰਦਰ ਸਿੰਘ ਰੰਧਾਵੇ ਹੁਣ ਜਿਸ ਤਰੀਕੇ ਨਾਲ ਪਾਰਟੀ ਦੇ ਵਿੱਚ ਲਿਆ ਰਹੇ ਨੇ, ਕਾਂਗਰਸ ਪਾਰਟੀ ਦੇ ਵਿੱਚ ਲਿਆ ਰਹੇ ਨੇ, ਕੀ ਕਿਸੇ ਤਰੀਕੇ ਦੇ ਨਾਲ ਇਹ ਨਵਜੋਤ ਸਿੱਧੂ ਦੇ ਧੜੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਤਾਂ ਨਹੀਂ, ਕਿ ਉਹਦੇ ਵਾਸਤੇ ਕੋਈ ਸਿਰਦਰਦੀ ਪੈਦਾ ਕਰਨ ਵਾਲੀ ਗੱਲ ਤਾਂ ਨਹੀਂ? ਕਿਉਂਕਿ ਅੱਜ ਤੋਂ ਠੀਕ 4 ਦਿਨ ਪਹਿਲਾਂ ਮੁਹੰਮਦ ਮੁਸਤਫੇ ਨੇ ਜਿਸ ਤਰੀਕੇ ਦੇ ਨਾਲ ਕੈਪਟਨ ਸੰਦੀਪ ਸੰਧੂ ਦੇ ਐਲੀਗੇਸ਼ਨ ਲਾਏ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਕਾਗਜ਼ ਪੇਸ਼ ਕੀਤਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਦੱਸਦਾ ਕਿ ਪ੍ਰਗਟ ਸਿੰਘ ਨੂੰ ਨਹੀਂ ਅਣਖੀ ਸਾਹਿਬ, ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਹੋਰ ਗੱਲ ਐਡ ਕਰ ਰਿਹਾ। ਇਹ ਗੱਲ ਅੱਜ ਦੀ ਨਹੀਂ ਕਿ ਸ਼ਾਇਦ ਆਪਣੇ ਦਰਸ਼ਕ ਸੋਚ ਰਹੇ ਹੋਣ, ਇਹ ਗੱਲ ਅੱਜ ਦੀ ਨਹੀਂ ਹੈ ਕਿ ਸੰਦੀਪ ਸੰਧੂ ਹੋਰੀ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਇਸ ਧੜੇ ਦੇ ਨਾਲ ਲੜੇ, ਇਹ ਗੱਲ ਅੱਜ ਦੀ ਨਹੀਂ। ਇਹ ਗੱਲ ਕੁਝ ਦਿਨ ਅੱਗੇ ਮੈਂ ਜਾਣਾ, ਜਦੋਂ ਕੁਝ ਵੱਡੇ ਅਧਿਕਾਰੀਆਂ ਦੀਆਂ ਤਬਾਦਲੇ ਹੋਇਆ, ਤਾਂ ਉਹਨਾਂ ਅਧਿਕਾਰੀਆਂ ਦੇ ਵਿੱਚ ਕੁਝ ਵੱਡੇ ਕਾਂਗਰਸੀਆਂ ਦੇ ਭਲਾ ਬੰਦੇ ਰਹਿ ਗਏ, ਸੰਦੀਪ ਸਿੰਘ ਸੰਧੂ ਦੇ ਬੰਦਿਆਂ ਨੂੰ ਐਡਜਸਟ ਕੀਤਾ ਗਿਆ। ਸੰਦੀਪ ਸਿੰਘ ਸੰਧੂ ਨੇ ਜਿੱਥੇ ਬੰਦੇ ਆਪਣੇ ਐਡਜਸਟ ਕਰਾਏ, ਜਿੱਥੇ ਅਫਸਰ ਲਵਾਏ, ਉੱਥੇ ਲਾਏ ਗਏ ਨੇ, ਇਹ ਵੀ ਗੱਲਾਂ ਹੈਗੀਆਂ ਨਾ। ਪਰ ਉਸ ਤੋਂ ਪਹਿਲਾਂ ਵੀ ਸੰਦੀਪ ਸਿੰਘ ਸੰਧੂ ਹੋਰੀ ਇਸ ਝੜੇ ਦੇ ਨਾਲ ਜੁੜੇ ਹੋਏ ਆ, ਕੈਪਟਨ ਅਮਰਿੰਦਰ ਸਿੰਘ ਨੂੰ ਅੰਦਰ ਹੀ ਧੋਖਾ ਦੇ ਕੇ। ਜੀ ਜੇਕਰ ਮੈਂ ਉਸ ਇਨਫੋਰਮੇਸ਼ਨ ਦੀ, ਉਹ ਸੂਚਨਾ ਦੀ ਗੱਲ ਕਰ ਰਿਹਾ ਜਿਹੜੀ ਪਰਦੇ ਦੇ ਸਾਹਮਣੇ ਆ ਰਹੀ ਹੈ, ਤੁਸੀਂ ਉਹ ਚੀਜ਼ ਨੂੰ ਪੇਸ਼ ਕੀਤਾ ਜਿਸ ਤਰ੍ਹਾਂ ਸਾਡਾ ਪ੍ਰੋਗਰਾਮ ਦਾਰਾ ਲੁਕਵਾਂ ਸੱਚ ਜਿਹੜਾ ਪਰਦੇ ਦੇ ਪਿੱਛੇ ਵਾਪਰਿਆ, ਤੁਸੀਂ ਉਹਦੀਆਂ ਤੰਦਾਂ ਜਿਹੜੀਆਂ ਸਾਹਮਣੇ ਖੋਲ੍ਹੀਆਂ। ਆਪਾਂ ਉਸ ਗੱਲ ਵੱਲ ਹੁੰਦੇ ਹਾਂ, ਔਰ ਇਹੋ ਹੀ ਸੰਦੀਪ ਸੰਧੂ ਹੈਗਾ ਜਿਹਨੇ ਪ੍ਰਗਟ ਸਿੰਘ ਨੂੰ ਵੀ ਬੀਤੇ ਸਮੇਂ ਦੇ ਵਿੱਚ ਧਮਕੀਆਂ ਦਿੱਤੀਆਂ, ਔਰ ਪ੍ਰਗਟ ਸਿੰਘ ਵੱਲੋਂ 4 ਦਿਨ ਬਾਅਦ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਸੰਦੀਪ ਸੰਧੂ ਤੇ ਐਲੀਗੇਸ਼ਨ ਲਾਏ ਗਏ। ਤਾਂ ਇਹ ਸਾਰੀਆਂ ਔਰ ਦੂਸਰੇ ਪਾਸੇ ਅੱਜ ਤੱਕ ਕੈਪਟਨ ਸੰਦੀਪ ਸੰਧੂ ਨੇ ਨਾ ਤਾਂ ਮੁਹੰਮਦ ਮੁਸਤਫੇ ਦੇ ਜਿਹੜੇ ਇਲਜ਼ਾਮਾਂ ਦਾ ਕੋਈ ਜਵਾਬ ਦਿੱਤਾ, ਤੇ ਨਾ ਹੀ ਪ੍ਰਗਟ ਸਿੰਘ ਵੱਲੋਂ ਲਗਾਏ ਗਏ ਜਵਾਬ ਉਹਨਾਂ ਨੇ ਦੇਤਾ। ਉਹਨਾਂ ਨੇ ਕਹਿਤਾ ਕਿ ਮੈਂ ਇਹ ਚੀਜ਼ਾਂ ਨਹੀਂ ਕੀਤੀਆਂ। ਪ੍ਰਗਟ ਸਿੰਘ ਵਾਲੇ ਇਲਜ਼ਾਮਾਂ ਤੇ ਵੀ ਉਹ ਮੁੱਕਰ ਗਏ, ਤੇ ਇਹਨਾਂ ਵਾਲੇ ਇਲਜ਼ਾਮਾਂ ਤੇ ਵੀ ਮੁੱਕਰ ਗਏ। ਟਵੀਟ ਕਰਕੇ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਸੀ ਮੁੱਕਰ ਗਏ। ਜੇ ਟਵੀਟ ਕਰਕੇ ਮੁੱਕਰ ਗਏ, ਉਹ ਕੁਝ ਆਪਾਂ ਹੋਰ ਤਰੀਕੇ ਨਾਲ ਲੈਣੇ, ਪਰ ਜਿਸ ਤਰੀਕੇ ਨਾਲ ਇਲਜ਼ਾਮ ਤਰਾਸ਼ੀ ਉਹਨਾਂ ਵੱਲ ਕੀਤੀ ਗਈ, ਤਾਂ ਉਹਦੇ ਸੰਦਰਭ 'ਚ ਕੈਪਟਨ ਸੰਦੀਪ ਸੰਧੂ ਦੀ ਜਿਹੜੀ ਭੂਮਿਕਾ ਸੀ ਬੜੀ ਕੁਝ ਹੋਰ ਤਰੀਕੇ ਦੀ ਸੀ। ਹੁਣ ਜਿਹੜੀ ਗੱਲ ਤੁਸੀਂ ਬਿਆਨ ਕਰ ਰਹੇ ਜੀ ਕਿ ਅੰਦਰ ਖਾਤੇ ਇਹ ਪੂਰਨ ਤੌਰ ਤੇ ਇਸ ਧੜੇ ਦੇ ਨਾਲ ਜੁੜੇ ਹੋਏ ਸਨ, ਇਸ ਗੱਲ ਦਾ ਵੀ ਪਤਾ ਲੱਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਮੁੱਖ ਮੰਤਰੀ ਤੋਂ ਸਾਬਕਾ ਮੁੱਖ ਮੰਤਰੀ ਬਣ ਗਏ, ਤਾਂ ਉਸ ਵੇਲੇ ਕਾਂਗਰਸ ਸਰਕਾਰ ਦੇ ਜਿਹੜੇ ਉੱਚ ਮੰਤਰੀ ਸਨ ਜਾਂ ਵਿਧਾਇਕ ਸਨ, ਉਹਨਾਂ ਨੇ ਸੰਦੀਪ ਸੰਧੂ, ਕਿਉਂਕਿ ਇਸ ਪਾਸੇ ਪਾਲਾ ਬਦਲਣ ਦੀ ਕੋਸ਼ਿਸ਼ ਵਿੱਚ ਸੀ, ਤਾਂ ਉਸ ਵਕਤ ਸੰਦੀਪ ਸੰਧੂ ਨੂੰ ਇਹ ਕਿਹਾ ਗਿਆ ਕਿ ਤੁਹਾਡੀ ਨਵਜੋਤ ਸਿੱਧੂ ਨਾਲ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨਾਲ ਮੁਲਾਕਾਤ ਕਰਾਈ ਜਾ ਸਕਦੀ ਹੈ। ਤਾਂ ਜਦੋਂ ਇਹ ਗੱਲ ਨਵਜੋਤ ਸਿੱਧੂ ਦੇ ਕੰਨਾਂ ਤੱਕ ਪਹੁੰਚੀ, ਜਾਂ ਇਹ ਗੱਲ ਸਲਾਹ ਮਸ਼ਵਰੇ ਜਿਹੜੀਆਂ ਸਕੀਮਾਂ ਸੀ ਨਵਜੋਤ ਸਿੱਧੂ ਤੱਕ ਪਹੁੰਚੇ, ਤਾਂ ਨਵਜੋਤ ਸਿੱਧੂ ਨੇ ਸਾਫ਼
ਜਿਹੜਾ ਇਸ ਗੱਲ ਤੋਂ ਮਨਾ ਕਰ ਦਿੱਤਾ ਸੀ। ਉਹਨੇ ਇਹ ਗੱਲ ਮਨਾ ਕੀਤੀ ਕਿ ਜਿਹੜਾ ਬੰਦਾ 20 ਸਾਲ ਕੈਪਟਨ ਅਮਰਿੰਦਰ ਸਿੰਘ ਦਾ ਨਾਲ ਰਿਹਾ ਤੇ ਫਿਰ ਅਖੀਲੇ ਸਿੰਘ ਉਹਦਾ ਨਹੀਂ ਹੋਇਆ, ਕੱਲ ਨੂੰ ਉਹ ਮੇਰਾ ਕਿੱਥੋਂ ਹੋਏਗਾ ਜਾਂ ਪਾਰਟੀ ਦਾ ਕਿੱਥੋਂ ਹੋ ਸਕਦਾ। ਉਹਦੇ ਵਿਅਕਤੀਤਵ ਜਾਂ ਉਸਦੀ ਸ਼ਖਸੀਅਤ ਦੇ ਉੱਤੇ ਬੜਾ ਗੰਭੀਰ ਤਰੀਕੇ ਦਾ ਸਵਾਲ ਜਿਹੜਾ ਨਵਜੋਤ ਸਿੱਧੂ ਨੇ ਉਠਾਇਆ। ਜੇ ਉਠਾਇਆ ਤੇ ਬਿਲਕੁਲ ਠੀਕ ਠਾਇਆ, ਬਿਲਕੁਲ ਠੀਕ ਠਾਇਆ, ਕਿਉਂਕਿ ਇਹੋ ਜਿਹੇ ਵਿਅਕਤੀਆਂ ਦੀ ਸ਼ਖਸੀਅਤ ਦਾ ਆਧਾਰ ਹੀ ਇਹ ਹੁੰਦਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਕਿਸੇ ਵੀ ਆਪਣੀ ਯੂਨੀਵਰਸਿਟੀ ਨੂੰ ਕਦੀ ਟਿਕਟ ਨਹੀਂ ਦਿੱਤੀ। ਇਸ ਨੂੰ ਬਕਾਇਦਾ ਕਿਲਾ ਉਹ ਜਿਹੜਾ ਮੁੱਲਾਪੁਰ ਤੋਂ ਜਿੱਥੋਂ ਫੂਲਕਾ ਸਾਹਿਬ ਨੇ ਰਿਜ਼ਾਈਨ ਦਿੱਤਾ ਉਹ ਤੋਂ ਟਿਕਟ ਵੀ ਦਿੱਤੀ, ਇਲੈਕਸ਼ਨ ਵੀ ਲੜਾਈ। ਜੀ ਇਲੈਕਸ਼ਨ ਦੀ ਲੜਾਈ, ਔਰ ਜਿਹੜੀਆਂ ਨਾਲ 4 ਦਾਖੇ ਦੇ ਸਮੇਤ 4 ਜਿਮਨੀ ਚੋਣਾਂ ਸੀਗੀਆਂ, ਤਾਂ ਬਾਕੀ ਜਿਮਨੀ ਚੋਣਾਂ ਦੇ ਉੱਪਰ ਕਾਂਗਰਸ ਦੇ ਹੋਰਾਂ ਉਮੀਦਵਾਰਾਂ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਜ਼ੋਰ ਨਹੀਂ ਲਾਇਆ, ਉਹਨਾਂ ਸਰਕਾਰੀ ਤੰਤਰ ਨਹੀਂ ਝੋਕਿਆ ਜਿੰਨਾ ਕੈਪਟਨ ਸੰਦੀਪ ਸਿੰਘ ਸੰਧੂ ਦੇ ਵਾਸਤੇ ਝੋਕਿਆ ਸੀ, ਤੇ ਤਾਂ ਵੀ ਹਾਰ ਗਏ। ਹਾਂ, ਔਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਚੋਣ ਜਿਹੜੀ ਹੈ ਕੈਪਟਨ ਸੰਦੀਪ ਸੰਧੂ ਵਾਸਤੇ ਨਹੀਂ ਲੜੀ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਆਪਣੇ ਵਾਸਤੇ ਲੜੇ ਹੋਣ। ਮੈਂ ਕਹਿ ਦਿੱਤਾ ਕਿ ਬਕਾਇਦਾ ਉਹਨਾਂ ਨੇ ਵਿੱਚ ਬਿਆਨ ਦਿੱਤਾ ਸੀ, ਉਹ ਕਹਿੰਦੇ ਸੀ ਕਿ ਭਾਈ ਸੰਦੀਪ ਸਿੰਘ ਸੰਧੂ ਬਣੇਗਾ, ਤੁਹਾਡੇ ਕੰਮ ਨਹੀਂ ਹੋਣਗੇ, ਤੁਹਾਡੇ ਰਿਸ਼ਤੇਦਾਰਾਂ ਤੱਕ ਦੇ ਕੰਮ ਹੋਣਗੇ, ਤੇ ਇੱਥੋਂ ਕੈਪਟਨ ਸੰਧੂ ਚੋਣ ਨਹੀਂ ਲੜ ਰਹੇ, ਇੱਥੋਂ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਿਹਾ, ਇਹ ਸਮਝੋ ਜੀ। ਤੇ ਜੇਕਰ ਇਹੋ ਜਿਹੇ ਵਿਅਕਤੀ ਨੂੰ ਸੰਦੀਪ ਸੰਧੂ ਛੱਡ ਕੇ ਪਾਲਾ ਬਦਲ ਸਕਦਾ ਤਾਂ ਫਿਰ ਕੁਦਰਤੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਤਾਂ ਬੜਾ ਤਗੜਾ ਝਟਕਾ ਹੈ ਹੀ ਹੈ। ਪਰ ਇਹਦੇ ਨਾਲ ਹੀ ਨਾਲ ਵਫਾਦਾਰੀਆਂ ਦੇ ਉੱਤੇ ਵੀ ਸਿੱਧੂ ਸਾਹਿਬ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਕਿ ਇਹੋ ਜਿਹਾ ਬੰਦਾ ਜੇਕਰ ਕੈਪਟਨ ਅਮਰਿੰਦਰ ਸਿੰਘ ਦਾ ਸਾਕਾ ਨਹੀਂ ਹੋਇਆ ਤਾਂ ਫਿਰ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਜਾਂ ਇਹਨਾਂ ਮੰਤਰੀਆਂ ਦਾ ਜਾਂ ਇਸ ਜਿਹੜੀ ਨਵੀਂ ਇਸ ਵੇਲੇ ਸਰਕਾਰ ਹੈ ਇਹਦਾ ਸਾਕਾ ਕਿੱਥੋਂ ਤੱਕ ਹੋ ਜਾਵੇਗਾ। ਸੰਦੀਪ ਸੰਧੂ ਹੋਣਾ ਤੇ ਸਵਾਲ ਉੱਠਦੇ ਆ, ਉੱਥੇ ਸਵਾਲ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਤੇ ਵੀ ਉੱਠਦੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਤੁਹਾਨੂੰ ਚੇਤੇ ਹੋਊਗਾ ਸਲਾਹਕਾਰਾਂ ਦੇ ਉੱਪਰ ਵੀ ਸਵਾਲ ਚੁੱਕਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚਲਾਉਣ ਵਾਲੇ ਸਲਾਹਕਾਰ ਤੇ ਅਫਸਰ ਨੇ, ਤਾਂ ਸ਼ਾਇਦ ਸੁਖਜਿੰਦਰ ਸਿੰਘ ਰੰਧਾਵਾ ਇਹ ਭੁੱਲ ਗਏ ਕਿ ਜਿਹੜੇ ਸਰਕਾਰ ਚਲਾਉਣ ਵਾਲੇ ਸਲਾਹਕਾਰ ਸੀ ਉਹੀ ਸਲਾਹਕਾਰ ਸੰਦੀਪ ਸਿੰਘ ਸੰਧੂ ਨੇ ਜਿਹੜੇ ਤੁਹਾਡੇ ਨਾਲ ਬੈਠੇ ਨੇ। ਔਰ ਸੰਦੀਪ ਸੰਧੂ ਸਿਰਫ ਸਲਾਹਕਾਰ ਤੇ ਸਿਰਫ ਸਰਕਾਰ ਚਲਾਉਣ ਵਾਲੇ ਨਹੀਂ, ਸੁਪਰ ਸੀਐਮ ਜਾਂ ਸੈਕੰਡ ਸੀਐਮ ਵੀ ਪੰਜਾਬ ਦਾ ਲੋਕਾਂ ਦੇ ਵਿੱਚ ਇਹਨਾਂ ਨੂੰ ਗਿਣਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀਗਾ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜੇਕਰ ਕਿਸੇ ਨੇ ਗੱਜ ਵੱਜ ਕੇ ਸਰਕਾਰ ਚਲਾਈ ਹੈ ਤਾਂ ਉਹ ਕੈਪਟਨ ਸੰਦੀਪ ਸਿੰਘ ਸੰਧੂ ਸੀ। ਤੇ ਇਹਨਾਂ ਸਲਾਹਕਾਰਾਂ ਦੇ ਉੱਪਰ ਹੀ ਜਿਹੜੇ ਆ ਸੁਖਜਿੰਦਰ ਸਿੰਘ ਰੰਧਾਵੇ ਹੁਣੀ ਸਵਾਲ ਚੁੱਕਦੇ ਹੁੰਦੇ ਸੀ, ਇਹਨਾਂ ਤੇ ਹੀ ਇਲਜ਼ਾਮ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਾਸੇ ਸਾਈਡਲਾਈਨ ਕੀਤਾ ਗਿਆ। ਤੇ ਹੁਣ ਜਿਨ੍ਹਾਂ ਨੂੰ ਗਾਲਾਂ ਕੱਢ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਗਿਆ ਤਾਂ ਉਹੀ ਬੰਦਿਆਂ ਨੂੰ ਆਪਦੇ ਨਾਲ ਬਿਠਾ ਲਿਆ। ਜੀ ਇਹੋ ਤਾਂ ਰਾਜਨੀਤੀ ਇਸੇ ਨੂੰ ਤਾਂ ਕਿਹਾ ਜਾਂਦਾ ਕਿ ਕਿਹੜਾ ਚੀਜ਼ ਕਿਸ ਵਕਤ ਕਿਹੜਾ ਹਥਿਆਰ ਚਲਾਉਣਾ ਉਹ ਅਸੀਂ ਆਪਣੇ ਨਾਲ ਚਲਾ ਲਈਏ। ਈਵਨ ਕਿ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਬਿਆਨ ਕਰ ਰਹੇ ਜੇ ਕਿ ਇਹੋ ਵਿਅਕਤੀ ਚਾਹੇ ਸੁਰੇਸ਼ ਕੁਮਾਰ ਸੀ ਚਾਹੇ ਕੈਪਟਨ ਸੰਦੀਪ ਸੰਧੂ, ਕੇਵਲ 2 ਨਾਮ ਹੁੰਦੇ ਸੀ ਕਿ ਇਹੋ ਹੀ ਵਿਅਕਤੀ ਹੈ। ਸੁਖਜਿੰਦਰ ਸਿੰਘ ਰੰਧਾਵੇ ਨੇ ਵੀ ਬਕਾਇਦਾ ਇਹਨਾਂ ਦੇ ਨਾਮ ਲੈ ਕੇ ਇਹ ਗੱਲ ਕਹੀ ਸੀ। ਤੇ ਜੇਕਰ ਹੁਣ ਉਹੋ ਹੀ ਕੈਪਟਨ ਸੰਦੀਪ ਸੰਧੂ ਸੁਖਜਿੰਦਰ ਸਿੰਘ ਰੰਧਾਵਾ ਦੀ ਸੱਚੀ ਬਾਹ ਬਣ ਕੇ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠਾ, ਔਰ ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਕਿ ਕੁਝ ਨਿਯੁਕਤੀਆਂ ਜਿਹੜੀਆਂ ਖਾਸ ਤੌਰ ਤੇ ਪੁਲਿਸ ਅਧਿਕਾਰੀਆਂ ਦੀ ਜਿਹੜੀ SSP ਦੀਆਂ ਨਿਯੁਕਤੀਆਂ ਨੇ ਕੈਪਟਨ ਸੰਦੀਪ ਸੰਧੂ ਦੇ ਜਿਹੜੇ ਖੇਮੇ ਦੇ ਵਿੱਚ ਕੁਝ ਅਫਸਰ ਲੱਗੇ ਨੇ, ਬਿਲਕੁਲ ਉਹ ਤੁਸੀਂ ਬਿਲਕੁਲ ਠੀਕ ਬਿਆਨ ਕੀਤਾ ਕਿ ਉਹ ਇਸੇ ਦੌਰ 'ਚ ਲੱਗੇ ਨੇ। ਤਾਂ ਫਿਰ ਕਹਿਣ ਦਾ ਅਰਥ ਹੈ ਕਿ ਇਹ ਸੁਖਜਿੰਦਰ ਸਿੰਘ ਰੰਧਾਵੇ ਉਹਨਾਂ ਦੀ ਕੀ ਕਮਜ਼ੋਰੀ ਹੋ ਸਕਦੀ ਆ ਕਿ ਇਹੋ ਜਿਹੇ ਵਿਅਕਤੀ ਨੂੰ ਉਹਨਾਂ ਨੇ ਆਪਣੇ ਨਾਲ ਭਾਲ ਲਿਆ ਕੇਵਲ ਔਰ ਕੇਵਲ ਇਸ ਕਰਕੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਮਜ਼ੋਰ ਕਰਨਾ ਜਾਂ ਉਹਦੇ ਅੰਦਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਆਪਣੇ ਕੋਲ ਗ੍ਰਹਿਣ ਕਰਦੀਆਂ। ਔਰ ਦੂਸਰੇ ਪਾਸੇ ਸੰਦੀਪ ਸੰਧੂ ਤੇ ਇਹ ਪ੍ਰਸ਼ਨ ਉੱਥੇ ਲੱਗਦਾ ਵਫਾਦਾਰੀ ਬਦਲਣ ਦੇ ਉੱਤੇ ਕਿ ਕੀ ਇਹ ਲੋਕ ਉਹਦੇ ਉੱਤੇ ਭਰੋਸਾ ਕਰ ਲੈਣਗੇ ਕਿ ਉਹ ਵਿਅਕਤੀ ਜਿਹੜਾ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੇ ਕਦੇ ਸੱਜੇ ਜਾਂ ਖੱਬੇ ਰਿਹਾ, ਔਰ ਅਗਰ ਜੇਕਰ ਮਾੜੇ ਸਮੇਂ 'ਚ ਉਹਦਾ ਵਫਾਦਾਰ ਨਹੀਂ ਬਣ ਸਕਿਆ ਤਾਂ ਕੀ ਉਹ ਚੰਨੀ ਸਰਕਾਰ ਦਾ ਕਿਸੇ ਸੂਰਤ 'ਚ ਵਫਾਦਾਰ ਬਣ ਸਕਦਾ? ਇਹ ਪ੍ਰਸ਼ਨ ਬੜਾ ਵੱਡਾ ਪ੍ਰਸ਼ਨ ਹੈ। ਤੇ ਕਈ ਵਾਰੀ ਇਹ ਵੀ ਲੱਗਦਾ ਕਿ ਜਿਸ ਤਰੀਕੇ ਦੀ ਅੱਜ ਕੱਲ੍ਹ ਰਾਜਨੀਤੀ ਹੋ ਰਹੀ ਆ, ਕੀ ਪਤਾ ਕੈਪਟਨ ਅਮਰਿੰਦਰ ਸਿੰਘ ਨੇ ਡੈਪੂਟੇਸ਼ਨ ਤੇ ਉਹਨੂੰ ਚੰਨੀ ਸਰਕਾਰ 'ਚ ਭੇਜਿਆ ਹੋਵੇ ਕਿ ਚਲੋ ਸੰਦੀਪ ਸੰਧੂ ਜੀ ਤੁਸੀਂ ਡੈਪੂਟੇਸ਼ਨ ਤੇ ਜਾ ਕੇ ਪਤਾ ਕਰੋ ਕਿ ਕੀ ਕੁਝ ਵਾਪਰਦਾ ਜਾਂ ਕੀ ਕੁਝ ਨਹੀਂ ਵਾਪਰਦਾ। ਇਹੋ ਜਿਹੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ ਕਿ ਕੈਪਟਨ ਸੰਦੀਪ ਸੰਧੂ ਹੁਣ ਡੈਪੂਟੇਸ਼ਨ ਤੇ ਆਏ ਹੁਣ ਤੇ ਡੈਪੂਟੇਸ਼ਨ ਤੇ ਗ੍ਰਹਿ ਮੰਤਰਾਲੇ ਕੋਲ ਕਿਉਂਕਿ ਉਹ ਫਾਈਲਾਂ ਖਿਲਾਉਂਦਾ, ਉਹਨਾਂ ਨੂੰ ਬੜਾ ਤਜਰਬਾ ਰਿਹਾ। ਪ੍ਰਗਟ ਸਿੰਘ ਦੀਆਂ ਫਾਈਲਾਂ ਨੂੰ ਜਦੋਂ ਖੋਲ੍ਹਣਾ ਸੀ ਉਦੋਂ ਵੀ ਕੈਪਟਨ ਸੰਦੀਪ ਸੰਧੂ ਨੇ ਦਬਕਾ ਮਾਰਿਆ, ਤੇ ਜਦੋਂ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਰਿਸ਼ਤੇਦਾਰ ਸਨ, ਕਰੀਬੀ ਸੀ, ਉਹਨਾਂ ਦੀਆਂ ਫਾਈਲਾਂ ਜਦੋਂ ਵਿਜੀਲੈਂਸ ਕੋਲ ਖਿਲਾਉਂਦੀਆਂ ਸਨ ਉਹਦੇ ਵਿੱਚ ਵੀ ਸੰਦੀਪ ਸੰਧੂ ਦਾ ਰੋਲ ਸੀ। ਤਾਂ ਕਹਿਣ ਦਾ ਅਰਥ ਹੈ ਕਿ ਇਹ ਵੀ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਧਮਕੀਆਂ ਦੇਣ ਦਾ ਇਲਜ਼ਾਮ ਲਗਾਉਣ ਵਾਲੇ ਪ੍ਰਗਟ ਸਿੰਘ ਅਤੇ ਮੁਸਤਫਾ ਹੁਣ ਕੀ ਸੋਚ ਰਹੇ ਹੋਣਗੇ? ਕੀ ਰੰਧਾਵਾ ਇਹ ਸ਼ੋਅ ਕਰ ਰਹੇ ਆ ਕਿ ਕੈਪਟਨ ਸੰਦੀਪ ਸੰਧੂ ਨੂੰ ਮੈਂ ਪੱਟ ਲਿਆ ਤੇ ਅੱਜ ਬਿਠਾ ਕੇ ਜਿਸ ਤਰੀਕੇ ਨਾਲ ਕਾਨਫਰੰਸ ਕੀਤੀ, ਇੱਕ ਤਰੀਕੇ ਦਾ ਮੈਸੇਜ ਹੀ ਸੀਗਾ ਕਿ
ਇਹੋ ਜਿਹੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕਹਿਣੀਆਂ ਤਾਂ ਫਿਰ ਸਾਫ਼ ਤੌਰ ਤੇ ਸੰਦੀਪ ਸੰਧੂ ਨੂੰ ਬਿਠਾ ਕੇ ਮੈਸੇਜ ਦੇਣਾ ਹੀ ਸੀ। ਨਹੀਂ ਤਾਂ ਫਿਰ ਇਕੱਲਿਆਂ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਸੀ। ਨਹੀਂ ਤਾਂ ਫਿਰ ਸੰਦੀਪ ਸੰਧੂ ਇਹ ਵੀ ਗੱਲ ਕਹਿ ਸਕਦੇ ਸੀ ਕਿ ਭਾਈ ਤੁਸੀਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ, ਮੈਂ ਨਹੀਂ ਬਹਿ ਸਕਦਾ, ਚਲੋ ਮੈਂ ਅੰਦਰ ਬਹਿਣਾ, ਤੁਸੀਂ ਪ੍ਰੈਸ ਕਾਨਫਰੰਸ ਕਰ ਲਓ। ਪਰ ਉਹ ਨਾਲ ਬੈਠੇ, ਯਾਨੀ ਕਿ ਮੈਸੇਜ ਦੇਣ ਦੀ ਇੱਕ ਤਰੀਕੇ ਦੇ ਨਾਲ ਸਾਫ਼ ਤਰੀਕੇ ਨਾਲ ਕੋਸ਼ਿਸ਼ ਸੀਗੀ ਉਹਨਾਂ ਦੀ। ਇਹ ਖਾਸ ਤਰੀਕੇ ਨਾਲ ਨਹੀਂ ਆਪਣੇ ਦੂਜੀ ਗੱਲ ਮੈਂ ਇਹ ਵੀ ਹੈ ਜਿਹੜੀ ਮੈਂ ਪਹਿਲਾਂ ਸਟਾਰਟ ਕੀਤੀ ਹੈ ਕਿ ਸੁਖਜਿੰਦਰ ਰੰਧਾਵਾ ਹੁਣ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਕਿਤੇ ਨਾ ਕਿਤੇ ਭਾਈ ਸੰਦੀਪ ਸਿੰਘ ਸੰਧੂ ਸੱਚ ਬੋਲਦਾ ਸੀ ਕਿ ਉਹਨੇ ਕੋਈ ਧਮਕੀ ਨਹੀਂ ਦਿੱਤੀ, ਤੇ ਪ੍ਰਗਟ ਸਿੰਘ ਤੇ ਮੁਸਤਫਾ ਝੂਠ ਬੋਲਦੇ ਸੀ। ਆਪਣੀ ਮੰਤਰੀ ਨੂੰ ਝੂਠੇ ਡਰਾਉਣ ਵਾਲੀ ਗੱਲ ਹੈ ਇਹ। ਨਹੀਂ, ਮੈਂ ਉਹੀ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਕਿ ਸੁਖਜਿੰਦਰ ਰੰਧਾਵਾ ਇਸ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਰਹੇ ਆ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਸ ਤਰੀਕੇ ਨਾਲ ਮੈਂ ਗੱਲ ਪਹਿਲਾਂ ਕੀਤੀ ਹੈ ਕਿ ਕਿਤੇ ਨਾ ਕਿਤੇ ਨਵਜੋਤ ਸਿੱਧੂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਕਿ ਵੇਖੋ ਜਾਂ ਉਹਦੇ ਧੜੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਕਿ ਇਹ ਬੰਦਾ ਕਦੇ ਵੀ ਨਹੀਂ ਇਹਨੇ ਇੰਨੀ ਗੱਲ ਕਹੀ ਮੁਹੰਮਦ ਮੁਸਤਫਾ ਜਾਂ ਪ੍ਰਗਟ ਸਿੰਘ ਬਿਨਾਂ ਗੱਲ ਤੋਂ ਇਹਦੇ ਉੱਤੇ ਇਲਜ਼ਾਮ ਲਾਉਂਦੇ ਰਹੇ ਆ, ਇਹ ਬੰਦਾ ਤਾਂ ਕੈਪਟਨ ਨੂੰ ਛੱਡ ਕੇ ਸਾਡੇ ਨਾਲ ਬੈਠ ਗਿਆ। ਹੁਣ ਜਿਹੜੀਆਂ ਸਥਿਤੀਆਂ ਨੇ, ਹੁਣ ਸਥਿਤੀਆਂ ਸੁਖਜਿੰਦਰ ਰੰਧਾਵੇ ਨੇ ਜਿਹੜਾ ਇੱਕ ਮੈਸੇਜ ਦਿੱਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਦੋਂ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵੇ ਨੇ ਬਣਨਾ ਸੀ ਤਾਂ ਉਸ ਵਕਤ ਨਵਜੋਤ ਸਿੰਘ ਸਿੱਧੂ ਵੱਲੋਂ ਜਿਸ ਤਰੀਕੇ ਦਾ ਵਿਰੋਧ ਕੀਤਾ ਗਿਆ, ਹੁਣ ਉਹ ਵਿਰੋਧ ਕਿਸ ਤਰੀਕੇ ਦਾ ਨਿੱਜੀ ਪੱਧਰ ਤੇ ਆ ਗਿਆ। ਦੁਸ਼ਮਣਾਂ ਤੇ ਦੁਸ਼ਮਣ ਯਾਰ ਜਿਹੜੇ ਆਪਣੇ ਨਾਲ ਇਕੱਤਰ ਕੀਤੇ ਜਾ ਰਹੇ ਨੇ। ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਇਹ ਰਾਜਨੀਤੀ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ, ਬੜੀ ਵਧੀਆ ਤੁਸੀਂ ਬਿਆਨ ਕੀਤਾ ਕਿ ਪ੍ਰੈਸ ਕਾਨਫਰੰਸ ਕੱਲਿਆਂ ਵੀ ਕੀਤੀ ਜਾ ਸਕਦੀ ਸੀ, ਪਰ ਖਾਸ ਤੌਰ ਤੇ ਉਸੇ ਨੂੰ ਹੀ ਨਾਲ ਭਾਲ ਕੇ ਇੱਕ ਸੰਦੇਸ਼ ਦੇਣਾ। ਸੰਦੇਸ਼ ਕਿਹਨੂੰ ਦੇਣਾ? ਸੰਦੇਸ਼ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਪਤਾ ਹੀ ਹੈ ਕਿ ਮੇਰੇ ਨਾਲ ਕਿਹੜੇ ਬੰਦੇ ਟੁੱਟ ਕੇ ਉਧਰ ਜਾ ਰਹੇ ਆ, ਤੇ ਉਹਨੂੰ ਅੱਜ ਤੱਕ ਕਿਸੇ ਬੰਦੇ ਜੇਕਰ ਉਹਦੇ ਨਾਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲੋਂ ਸੈਕੰਡ ਨੰਬਰ ਦਾ ਸੀਐਮ ਤੇ ਤਰਜਿੰਦਰ ਸਿੰਘ ਬਾਜਵਾ ਜਿਹੜਾ ਕਦੇ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਸਮਝੇ ਜਾਂਦੇ ਸੀ, ਸੁਖਜਿੰਦਰ ਸਿੰਘ ਰੰਧਾਵਾ ਜਿਹਨੂੰ ਸੁਖੀ ਰੰਧਾਵਾ ਕਹਿ ਕੇ ਬੁਲਾਉਂਦੇ ਸਨ, ਜੇਕਰ ਇਹ ਟੁੱਟ ਕੇ ਦੂਜੇ ਪਾਸੇ ਜਾ ਸਕਦੇ, ਸ਼ਰੇਆਮ ਮੁਖਾਲਫਤ ਕਰ ਸਕਦੇ ਆ, ਤਾਂ ਕੈਪਟਨ ਸੰਦੀਪ ਸੰਧੂ ਤਾਂ ਇੱਕ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ। ਤਾਂ ਉਹ ਜੇਕਰ ਚਲਾ ਗਿਆ ਤਾਂ ਠੀਕ ਆ ਗਿਆ। ਕਹਿਣ ਦਾ ਅਰਥ ਆ ਕਿ ਇਹ ਕੁਝ ਇੰਨਾ ਕੁਝ ਜੇਕਰ ਵਾਪਰ ਗਿਆ ਤਾਂ ਇਹ ਸੁਖਜਿੰਦਰ ਰੰਧਾਵੇ ਦਾ ਹੀ ਇੱਕ ਮੈਸੇਜ, ਤੁਹਾਡੀ ਗੱਲ ਪੂਰਨ ਤੌਰ ਤੇ ਠੀਕ ਆ ਕਿ ਸਪਸ਼ਟ ਮਤਲਬ ਸੰਕੇਤਕ ਰੂਪ 'ਚ ਨਹੀਂ, ਸਪਸ਼ਟ ਰੂਪ 'ਚ ਇੱਕ ਮੈਸੇਜ ਦਿੱਤਾ ਜਾ ਰਿਹਾ ਆਪਣੇ ਵਿਰੋਧੀਆਂ ਨੂੰ ਜਾਂ ਰਾਜਨੀਤੀ ਦੇ ਵਿੱਚ ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਬਣਨ ਤੇ ਜਿਨ੍ਹਾਂ ਨੇ ਵਿਰੋਧ ਕੀਤਾ, ਜਿਹੜੇ ਨਵਜੋਤ ਸਿੰਘ ਸਿੱਧੂ ਹੀ, ਵੀ ਤੁਸੀਂ ਤੁਹਾਡੇ ਬੰਦੇ ਗਲਤ ਜੇ, ਆਹ ਬੰਦਾ ਠੀਕ ਆ ਤੇ ਇਹ ਸਾਡੀ ਹੁਣ ਸਜੀਵਾ ਬਣ ਕੇ ਚੱਲੇਗਾ। ਪਰ ਪ੍ਰਸ਼ਨ ਫਿਰ ਉੱਥੇ ਆ ਕਿ ਜਿਹੜਾ ਬੰਦਾ 20 ਸਾਲ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਹੋ ਸਕਿਆ, ਉਹ ਹੁਣ 14 ਨਸ਼ੇ ਤੁਹਾਡਾ ਕਿੱਥੋਂ ਵੱਜੇਗਾ? ਪ੍ਰਸ਼ਨ ਚਿੰਤਾ ਇਹਦੇ ਉੱਤੇ ਲੱਗਦਾ। ਮੈਨੂੰ ਵੈਸੇ ਜੋ ਸਿੱਧੂ ਸਾਹਿਬ ਲੱਗਦਾ ਇਸ ਗੱਲ ਨੂੰ ਚਲੋ ਤੁਸੀਂ ਹਲਕੇ ਫੁਲਕੇ ਨਾ ਚਲੋ, ਮੈਨੂੰ ਤਾਂ ਇਦਾਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਡੈਪੂਟੇਸ਼ਨ ਤੇ ਭੇਜਿਆ ਇਹਨੂੰ ਕਿ ਤੁਸੀਂ ਜਾਓ ਅੰਦਰ ਜਾ ਕੇ ਪਤਾ ਕਰੋ, ਅੰਦਰ ਜਾ ਕੇ ਭੰਨ ਤੋੜ ਕਰੋ, ਜੋ ਵੀ ਹੋ ਸਕਦਾ, ਜਿਹੜੇ ਬੰਦੇ ਉਧਰੋਂ ਪੱਟੇ ਜਾਂਦੇ ਇਹ ਆ ਕਿ ਰੰਧਾਵਾ ਗਰੁੱਪ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਬਾਗੀ ਗਰੁੱਪ ਨੂੰ ਆਮ ਚਰਚਾ ਇਹ ਆ, ਅਸੀਂ ਨਹੀਂ ਇਹ ਇਲਜ਼ਾਮ ਲਗਾ ਰਹੇ, ਆਮ ਚਰਚਾ ਲੋਕਾਂ ਦੇ ਵਿੱਚ ਇਹ ਹੈ, ਸਿਆਸੀ ਗਲਿਆਰਾਂ ਦੇ ਵਿੱਚ ਕੁਝ ਮੰਤਰੀ ਤੇ ਵਿਧਾਇਕ ਵੀ ਇਹ ਗੱਲ ਦਬਵੀਂ ਜ਼ਬਾਨ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਕੈਪਟਨ ਤੋਂ ਬਾਗੀ ਧੜਾ ਸੀਗਾ, ਉਹ ਬਾਗੀ ਧੜੇ ਨੂੰ ਕੈਪਟਨ ਅਮਰਿੰਦਰ ਸਿੰਘ ਦੀਆਂ ਇਨਫੋਰਮੇਸ਼ਨਾਂ ਜਿਹੜੀਆਂ ਨੇ ਉਸ ਕੈਪਟਨ ਸੰਦੀਪ ਸਿੰਘ ਸੰਧੂ ਦਿੰਦੇ ਰਹੇ। ਜੀ ਬਿਲਕੁਲ ਇਹ ਜਿਹੜੀਆਂ ਚਰਚਾਵਾਂ ਤਾਂ ਹਨ ਕਿ ਬਾਗੀ ਧੜੇ ਦੀਆਂ ਜਿਹੜੀਆਂ ਸੂਚਨਾਵਾਂ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜੇਕਰ ਇਹ ਕੁਝ ਵਾਪਰਿਆ ਤਾਂ ਫਿਰ ਹੀ ਕੈਪਟਨ ਸੰਦੀਪ ਸੰਧੂ ਆਪਣਾ ਪਾਲਾ ਬਦਲ ਕੇ ਅੱਜ ਸਾਹਮਣੇ ਨਜ਼ਰ ਆਏ ਨੇ। ਵੇਖੋ ਹਰ ਬੰਦੇ ਦੇ ਨਿੱਕੇ ਨਿੱਕੇ ਹਿੱਤ ਹੁੰਦੇ ਨੇ, ਨਿੱਕੀ ਨਿੱਕੀਆਂ ਮਜਬੂਰੀਆਂ ਹੁੰਦੀਆਂ। ਜਿਸ ਬੰਦੇ ਨੂੰ ਰਾਜ ਕਰਨ ਦੀ ਆਦਤ ਪੈ ਗਈ ਚੁੱਕੀ ਹੋਵੇ, ਸਰਕਾਰ ਦੇ ਵਿੱਚ ਆਪਣੀ ਭੂਮਿਕਾ ਨੂੰ ਬਣਾਉਣ ਦੀ ਆਦਤ ਪੈ ਚੁੱਕੀ ਹੋਵੇ, ਤਾਂ ਫਿਰ ਤਾਂ ਉਹਨੇ ਜੋੜ ਤੋੜ ਕਰਨੇ ਹੀ ਕਰਨੇ ਆ। ਪਰ ਆਪਣੇ ਸਿੱਧੂ ਸਾਹਿਬ ਮੈਨੂੰ ਪਤਾ ਨਹੀਂ ਕੀ ਗੱਲ, ਹਾਲਾਂਕਿ ਉਹ ਸਾਈਡ ਤੋਂ ਅਲੱਗ ਦਾ ਵਿਸ਼ਾ, ਭਰਤਿੰਦਰ ਚਾਹਲ ਦੀ ਗੱਲ ਯਾਦ ਆਉਂਦੀ ਕਿ ਜਦੋਂ ਭਰਤਿੰਦਰ ਚਾਹਲ 2002 ਦੇ ਵਿੱਚ ਕੈਪਟਨ ਸੰਦੀਪ ਸੰਧੂ ਵਾਂਗੂ ਹੀ ਕੈਪਟਨ ਅਮਰਿੰਦਰ ਸਿੰਘ ਦਾ ਖਾਸਮ ਖਾਸ ਅਸੀਂ ਕਹਿ ਸਕਦੇ ਕਿ ਸੱਚਾ ਹੱਥ ਸੀ, ਤਾਂ ਬੜਾ ਰਿਹਾ 5 ਸਾਲ ਉਹਨਾਂ ਨੇ ਚੰਮਦੀਆਂ ਚਲਾਈਆਂ। ਤਾਂ ਜਦੋਂ ਫਿਰ 2007 ਦੇ ਵਿੱਚ ਬਾਦਲ ਸਰਕਾਰ ਆਈ ਤਾਂ ਫਿਰ ਜਿਸ ਤਰੀਕੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਉਹਦੇ ਨਾਲ ਜੋ ਹਾਲ ਸੁਖਬੀਰ ਬਾਦਲ ਦੇ ਕਹਿਣ ਤੇ ਹੋਇਆ, ਉਹ ਅੱਜ ਤੱਕ ਭਰਤਿੰਦਰ ਚਾਹਲ ਕਦੀ ਭੁੱਲਿਆ ਨਹੀਂ। ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਅੱਜ ਤੱਕ ਉਹ ਕਦੇ ਸਟੇਜ ਦੇ ਉੱਤੇ ਇਹਨਾਂ 5 ਸਾਲਾਂ 'ਚ ਉਹਦਾ ਨਾਮ ਕਿਤੇ ਨਹੀਂ ਆਇਆ ਸਿਵਾਏ ਕੈਪਟਨ ਸੰਦੀਪ ਸੰਧੂ ਦੇ। ਹਾਂ, ਉਹ ਬੰਦੇ ਨੇ ਵਫਾਦਾਰੀ ਜਿਹੜੀ ਹੋ ਸਕਦੀ ਭਰਤਿੰਦਰ ਚਾਹਲ ਅੱਜ ਵੀ ਉਹਦੇ ਨਾਲ ਆ, ਕਿਤੇ ਉਹਦਾ ਨਾਂ ਨਹੀਂ। ਪਰ ਇਸ ਬੰਦੇ ਨੇ ਜੇ ਵਫਾਦਾਰੀ ਬਦਲੀ ਆ ਔਰ ਸੁਖਜਿੰਦਰ ਰੰਧਾਵੇ ਨੇ ਆਪਣੇ ਨਾਲ ਬਾਲ ਕੇ ਇੱਕ ਸੰਕੇਤ ਨਹੀਂ, ਇੱਕ ਸਪਸ਼ਟ ਸੰਦੇਸ਼ ਦਿੱਤਾ ਨਵਜੋਤ ਸਿੰਘ ਸਿੱਧੂ ਧੜੇ ਨੂੰ ਇਹੋ ਸੰਦੇਸ਼ ਦਿੱਤਾ ਕਿ ਤੁਸੀਂ ਮੇਰੀ ਮੁਖਾਲਫਤ ਕੀਤੀ ਸੀ ਮੁੱਖ ਮੰਤਰੀ ਨਾ ਬਣਨ ਦੇ ਰੂਪ 'ਚ, ਮੈਂ ਕੈਪਟਨ ਅਮਰਿੰਦਰ ਦਾ ਖਾਸ ਬੰਦਾ ਪੱਟ ਕੇ ਆਪਣੇ ਨਾਲ ਰੱਖ ਲਿਆ ਜੇ, ਤੇ ਤੁਸੀਂ ਜੋ ਕਹਿੰਦੇ ਰਹੇ ਜੇ ਇੱਕ ਕਿਸਮ ਦੇ ਨਾਲ ਤੁਸੀਂ ਝੂਠ ਕਹਿੰਦੇ ਰਹੇ ਜੇ। ਪ੍ਰਗਟ ਸਿੰਘ ਔਰ ਮੁਹੰਮਦ ਮੁਸਤਫਾ ਜੋ ਕਹਿੰਦੇ ਨੇ ਉਹ ਠੀਕ ਨਹੀਂ ਆ, ਕਿਉਂਕਿ ਇਸ ਬੰਦੇ ਨੇ ਤਾਂ ਕੋਈ ਗੱਲ ਹੀ ਇਹੋ ਜਿਹੀ ਜਿਹੜੀ ਨਹੀਂ ਕੀਤੀ। ਸੋ ਇਹ ਜਿਹੜਾ ਸੰਦੀਪ ਸੰਧੂ ਦਾ ਆਉਣਾ
ਇਹ ਅੱਜ ਦੀ ਇਸ ਚੰਨੀ ਸਰਕਾਰ ਦੇ ਵਿੱਚ ਚੰਨੀ ਸਰਕਾਰ ਦਾ ਇੱਕ ਹਿੱਸਾ ਬਣਨਾ ਇਹ ਬਹੁਤ ਕੁਝ ਇਹੋ ਜਿਹਾ ਆਉਂਦਿਆਂ ਕੁਝ ਦਿਨਾਂ 'ਚ ਦਰਸਾਵੇਗਾ ਕਿ ਕਿਸ ਤਰੀਕੇ ਨਾਲ ਵਫਾਦਾਰੀਆਂ ਬਦਲ ਕੇ ਕਿਸ ਤਰੀਕੇ ਨਾਲ ਨਿੱਜੀ ਹਿੱਤ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ। ਬਾਕੀ ਇੱਕ ਗੱਲ ਇਹ ਵੀ ਗੱਲ ਸਾਹਮਣੇ ਨਹੀਂ ਹੁੰਦੀ ਜਿਹੜੀ ਤੁਸੀਂ ਗੱਲ ਬਿਆਨ ਕੀਤੀ ਆ ਕਿ ਇਹੋ ਹੀ ਅਫਸਰਸ਼ਾਹੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਲਾਗੇ ਇਹਨਾਂ ਵਿਧਾਇਕਾਂ ਨੂੰ ਲਾਗੇ ਨਹੀਂ ਸੀ ਜਾਣ ਦੇਣਾ ਚਾਹੁੰਦੀ ਔਰ ਸੁਖਜਿੰਦਰ ਰੰਧਾਵਾ ਔਰ ਤਰਜਿੰਦਰ ਸਿੰਘ ਬਾਜਵਾ ਬਕਾਇਦਾ ਤੌਰ ਤੇ ਇਹਨਾਂ ਨੂੰ ਨਿਸ਼ਾਨਦਾਈ ਇਹਨਾਂ ਉੱਤੇ ਨਿਸ਼ਾਨੇ ਲੱਭਦੇ ਰਹੇ ਨੇ। ਤਾਂ ਫਿਰ ਹੁਣ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਫਿਰ ਅਹੁਦੇ ਦੇਣਗੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੈੱਟ ਕਰਨਗੇ, ਕਿਉਂਕਿ ਜੇਕਰ ਉਹ ਇੱਧਰ ਆਏ ਨੇ ਤਾਂ ਕੁਝ ਨਾ ਕੁਝ ਮੰਗਾਂ ਜਿਹੜੀਆਂ ਲੈ ਕੇ ਆਏ ਹੋਣਗੇ, ਕੁਝ ਨਾ ਕੁਝ ਸੌਦੇ ਹੋਏ ਹੋਣਗੇ, ਚਾਹੇ ਉਹ ਪਰਦੇ ਦੇ ਪਿੱਛੇ ਚਾਹੇ ਉਹ ਪਰਦੇ ਦੇ ਅੱਗੇ। ਤਾਂ ਉਹਨਾਂ ਸੌਦਿਆਂ ਦੀ ਜਿਹੜੀ ਪੂਰਤੀ ਆ ਉਹ ਆਉਂਦਿਆਂ ਕੁਝ ਦਿਨਾਂ ਚ ਵਿੱਚ ਹੋਵੇਗੀ। ਫਿਰ ਤਾਂ ਮੈਨੂੰ ਇਹ ਵੀ ਲੱਗਦਾ ਕਿ ਜੇਕਰ ਏਡੀਜੀਪੀ ਹਰਬੰਸ ਸਿੰਘ ਸਹੋਤਾ ਦੀ ਅਪਾਇੰਟਮੈਂਟ ਹੋਈ ਆ ਤਾਂ ਦੂਜੇ, ਕਿਉਂਕਿ ਪੁਲਿਸ ਦਾ ਜਿੰਨਾ ਪ੍ਰਸ਼ਾਸਨ ਸੀ ਉਹਦੇ ਉੱਤੇ ਕੈਪਟਨ ਸੰਦੀਪ ਸੰਧੂ ਦੀ ਪੂਰਨ ਤੌਰ ਤੇ ਪਕੜ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਰਾਜਕਾਲ ਦੌਰਾਨ। ਤਾਂ ਇਹ ਕਹਾਣੀਆਂ ਤਾਂ ਫਿਰ ਉਸੇ ਦਿਨ ਦੀਆਂ ਬਣਦੀਆਂ ਪਈਆਂ। ਔਰ ਤੁਸੀਂ ਠੀਕ ਆ ਗੱਲ ਬਿਆਨ ਕੀਤੀ ਹੈ ਕਿ ਅਜੇ ਚੰਨੀ ਸਰਕਾਰ ਨੇ ਸਹੁੰ ਨਹੀਂ ਸੀ ਚੁੱਕੀ ਔਰ ਜਿਸ ਤਰੀਕੇ ਨਾਲ ਬੰਦਿਆਂ ਦੇ ਵਿੱਚ ਆਦਾਨ ਪ੍ਰਦਾਨ ਜਿਹੜਾ ਆਉਣਾ ਸ਼ੁਰੂ ਹੋ ਗਿਆ ਸੀ। ਬਾਕੀ ਜੋ ਵੀ ਹੋਵੇ ਇਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਤਾਂ ਕਰਾਰਾ ਝਟਕਾ ਹੈ ਹੀ ਹੈ, ਪਰ ਬਦਲਦੀ ਸਿਆਸਤ ਦੇ ਜਿਹੜੇ ਨਵੇਂ ਚਿਹਰੇ ਪ੍ਰਪੇਖ ਨੇ ਉਹਨਾਂ ਦੇ ਵਿੱਚ ਵਫਾਦਾਰੀਆਂ ਕਿਵੇਂ ਬਦਲਦੀਆਂ ਨੇ ਉਹਨਾਂ ਦਾ ਵੀ ਇੱਕ ਪ੍ਰਮਾਣ ਕੈਪਟਨ ਸੰਦੀਪ ਸੰਧੂ ਦੇ ਰੂਪ ਦੇ ਵਿੱਚ ਵੇਖਣ ਨੂੰ ਸਾਹਮਣੇ ਮਿਲਦਾ। ਜੀ ਸਿੱਧੂ ਸਾਹਿਬ। ਜੀ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ।